ਫ੍ਰੀ ਟਾਕਸ ਦੇਖਣ ਵਾਲੇ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਸਾਡਾ ਐਪੀਸੋਡ ਬੇहद ਹੀ ਖਾਸ ਹੈ ਕਿਉਂਕਿ ਅੱਜ ਦਾ ਐਪੀਸੋਡ ਸਾਡਾ ਹਰ ਇਨਸਾਨ, ਹਰ ਵਰਗ, ਹਰ ਉਮਰ ਦੇ ਲਈ ਰਿਲੇਟਡ ਹੈ ਜੋ ਕਿ ਹੈ ਡਾਈਟ ਤੇ ਅੱਜ ਮੈਂ ਮੌਜੂਦ ਆ ਪੀਜੀਆਈ ਵਿੱਚ ਬਹੁਤ ਹੀ ਸੀਨੀਅਰ ਚੀਫ ਡਾਈਟੀਸ਼ੀਅਨ ਪੀਜੀਆਈ ਦੇ ਡਾਕਟਰ ਨੈਂਸੀ ਸਾਹਨੀ ਜੀ। डॉक्टर साहब मैं ਤੁਹਾਡਾ ਸਵਾਗਤ ਕਰਦੀ ਹਾਂ। थैंक यू मनप्रीत। डॉक्टर साहब ਜਿਵੇਂ ਥੋੜਾ ਜਿਹਾ ਪਿੱਛੇ ਲੈ ਕੇ ਚੱਲਾਂ, ਤੁਹਾਡਾ 25 ਸਾਲ ਦਾ ਟੋਟਲ ਤਜਰਬਾ ਹੈ ਡਾਈਟ ਐਜ਼ ਅ ਡਾਈਟੀਸ਼ੀਅਨ। ਬੈਕ ਇਨ ਦੋਜ਼ ਡੇਜ਼ ਬੜਾ ਇੱਕ ਰੇਅਰ ਤੇ ਡਿਫਰੈਂਟ ਜਿਹਾ ਸੀ, ਹੈ ਨਾ? यस। ਹਾਊ ਡਿਡ ਯੂ ਚੂਜ਼ ਇਟ? ਕਿਵੇਂ ਤੁਹਾਡੇ ਮਨ ਵਿੱਚ ਆਇਆ ਕਿ ਤੁਸੀਂ ਇਸ ਫੀਲਡ ਵਿੱਚ ਜਾਣਾ ਹੈ? ਕਿਉਂਕਿ 25 ਸਾਲ ਪਹਿਲਾਂ ਮੈਨੂੰ ਲੱਗਦਾ ਕੋਈ ਇੰਨੀ ਅਵੇਅਰਨੈਸ ਵੀ ਨਹੀਂ ਸੀ, ਕੋਈ ਡਾਈਟ ਪਲਾਨ ਵੀ ਨਹੀਂ ਲੈਂਦਾ ਸੀ, ਡਾਈਟ ਚਾਰਟ ਵੀ ਨਹੀਂ ਲੈਂਦਾ ਸੀ, ਇੰਨੀਆਂ ਬਿਮਾਰੀਆਂ ਵੀ ਨਹੀਂ ਸੀ, ਇੰਨੀਆਂ ਬਿਮਾਰੀਆਂ ਵੀ ਨਹੀਂ ਸੀ, ਇੰਨਾ ਡਾਈਟ ਵੈਰੀਫਿਕੇਸ਼ਨ ਵੀ ਨਹੀਂ ਸੀ। ਹਾਂਜੀ। ਯੈਸ, ਬਟ ਇੰਟਰਸਟ ਸੀਗਾ ਬਿਕਾਜ਼ ਯੂ نو ਉਸ ਟਾਈਮ ਤੇ ਜਦ ਅਸੀਂ ਪੜ੍ਹ ਰਹੇ ਸੀ ਐਂਡ ਆਈ ਚੋਜ਼ ਨਿਊਟ੍ਰੀਸ਼ਨ बिकॉज उस टाइम इंज लग गया कि जो साडे अंदर जा रहा है पता तो होना चाहिए उसके बारे ओदे मतलब कि what we are eating, carbohydrates किन्ने है, फैट किन्ना है, प्रोटीन किन्ना है, फाइबर किन्ना है, सानू की चाहिदा है। बिल्कुल से उस टाइम ते ए बेसिक सीगा। सेकेंडली एक थोड़ा ओ भी सी कि उस टाइम शुरू हो गया सी चीज़ां जिवें बाजार विच आनियां थोड़ियां बहुतियां फास्ट फूड, हाँ थोड़ा शुरू हो गया सी। खैर इंज दी बुरी हालत नहीं सी कि इट पुट्टो ते फास्ट फूड ते जिथे भी जाओ इंज नहीं सी, बट स्टिल ते उस टाइम भी मेरे मन विच इंक्विजिटिवनेस रहिंदी सी जद बाहर भी खाओ कि ਇਹਦੇ ਵਿੱਚ ਕੀ ਹੋ ਸਕਦਾ ਹੈ। ਮਤਲਬ ਤਾਂ ਉਹ ਚੀਜ਼ਾਂ ਜਿਹੜੀਆਂ ਨੇ that drove me to choose this and then I was also very much inclined कि industry while we used to Nestle was there and some other industries were there and sanu you know noodles ਅੱਜ ਤੱਕ ਉਹ ਜਿਹੜੀਆਂ Nestle ਦੀਆਂ ਹੈਗੀਆਂ everybody loves it ਨਾਲੇ ਉਹ ਬਾਕੀ ਹੋਰ ਵੀ ਚੀਜ਼ਾਂ ਹੁੰਦੀਆਂ ਸੀ ਤੇ ਕਿ inquisitiveness ਰਹਿੰਦੀ ਸੀਗੀ ਕਿ ਉਹ ਫੂਡ ਕਿਵੇਂ ਦਾ ਹੈ ਕਿਵੇਂ, ਤਾਂ ਫਿਰ that all led to this। ਡਾਕਟਰ ਨੈਂਸੀ, ਜੇ ਮੈਂ ਮੇਰੇ ਕੋਲ ਇੱਕ ਸਟੱਡੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ 2024 ਦੀ, ਜੋ ਕਿ ਕਹਿ ਰਹੀ ਹੈ ਕਿ ਓਬੇਸਿਟੀ ਇੰਨੀ ਜ਼ਿਆਦਾ ਹੈ ਕਿ 5 ਸਾਲ ਦੀ ਉਮਰ ਪਹੁੰਚਣ ਤੱਕ 35 ਮਿਲੀਅਨ ਬੱਚੇ ਦਾ ਸ਼ਿਕਾਰ ਹੋ ਜਾਂਦੇ, ਯਾਨੀ ਕਿ ਜਿਹੜੇ 5 ਸਾਲ ਤੋਂ ਘੱਟ ਹੈ 35 ਬਿਲੀਅਨ ਬੱਚੇ ਜਿਹੜੇ ਕਿ ਓਬੇਸਿਟੀ ਦਾ ਸ਼ਿਕਾਰ ਹੋ ਜਾਂਦੇ ਆ। ਕੇਵਲ ਬੱਚੇ ਹੀ ਨਹੀਂ, ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਹਰ ਵਰਗ ਦਾ ਮਤਲਬ ਮੋਟਾਪਾ ਇੱਕ ਇਹੋ ਜਿਹੀ ਚੀਜ਼ ਹੈ। ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗੀ ਕਿ ਮੋਟਾਪਾ ਤੇ ਡਾਈਟ ਦਾ ਆਪਸ ਵਿੱਚ ਕੀ ਰਿਲੇਸ਼ਨਸ਼ਿਪ ਹੈ? ਕੀ ਜੋ ਆਪਾਂ ਖਾਂਦੇ ਆ ਉਹਦੇ ਨਾਲ ਆਪਣਾ ਕੀ ਇਫੈਕਟ ਪੈਂਦਾ ਹੈ ਜਿਹਦੇ ਕਰਕੇ ਆਪਾਂ ਇੰਨੇ ਜ਼ਿਆਦਾ ਮੋਟੇ ਹੋ ਜਾਂਦੇ ਆ, ਜੇ ਆਪਾਂ ਉਹਨੂੰ ਘਟਾਉਂਦੇ ਆ ਆਪਾਂ ਪਤਲੇ ਹੋ ਜਾਂਦੇ ਆ? ਇਹਨੂੰ ਥੋੜਾ ਜਿਹਾ ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗੀ ਸਾਇੰਟੀਫਿਕਲੀ। ਦੇਖੋ, ਇਟ ਇਜ਼ ਅ ਵੈਰੀ ਓਲਡ ਸੇਇੰਗ, ਹਾਂਜੀ, we are what we eat। yes, beautiful and similarly see that ਜਿਹੜੀਆਂ ਉਹ ਪੁਰਾਣੀਆਂ ਚੀਜ਼ਾਂ ਹੁੰਦੀਆਂ ਨਾ ਉਹ ਬੜੀਆਂ ਸੱਚ ਹੁੰਦੀਆਂ ਨੇ ਤੇ ਜੋ ਤੁਸੀਂ ਆਪਣੇ ਅੰਦਰ ਪਾਓਗੇ ਨਾ, ਜੋ ਤੁਸੀਂ ਕਰੋਗੇ ਉਹੀ ਤੁਹਾਡੇ ਸਾਹਮਣੇ ਆਏਗਾ, ਹੈ ਨਾ? ਇਟ ਇਜ਼ ਅ ਲਾਅ ਆਫ ਨੇਚਰ, what's in you it's out। yes so you know ਤੁਹਾਡਾ ਜੇ ਤੁਸੀਂ whatever if junk in ਜੰਕ ਆਊਟ, ਜੇ ਤੁਸੀਂ ਜੰਕ ਅੰਦਰ ਪਾਓਗੇ ਤੁਹਾਡੇ ਬਲੱਡ ਪੈਰਾਮੀਟਰਸ ਵੀ ਜੰਕ ਹੀ ਦਿਖਾਣਗੇ, ਤੁਹਾਡਾ ਕੋਲੇਸਟ੍ਰੋਲ ਵੀ ਠੀਕ ਨਹੀਂ ਹੋਏਗਾ, ਤੁਹਾਡਾ ਲਿਵਰ ਪ੍ਰੋਫਾਈਲ ਵੀ ਠੀਕ ਨਹੀਂ ਹੋਏਗਾ, ਯੂ نو। ਸੋ ਜਿਹੜੀ ਤੁਸੀਂ ਸਟੱਡੀ ਦੀ ਗੱਲ ਕਰ ਰਹੇ ਹੋ, ਪ੍ਰੋਬਲਮ ਹੈ ਕਿ ਜਿਹੜੀ ਇਹ ਸਟੱਡੀ ਹੈ ਇਹ ਵੀ ਨਹੀਂ ਬਾਈਫਰਕੇਟ ਕਰ ਰਹੀ कोई गरीब है, कोई अमीर है, कोई लिटरेट है, कोई इलिटरेट है, ग्रुप है ना? इट इज ओवरऑल because you know it is not about गरीबी अमीरी और लिटरेसी और इलिटरेसी, it is about awareness। yes, awareness। ਲੋਕੀ ਅੱਜਕੱਲ ਇੰਨਾ ਕਨਫਿਊਜ਼ ਹੋ ਚੁੱਕੇ ਹੈ ਫੂਡ ਨੂੰ ਲੈ ਕੇ ਕੀ ਖਾਣਾ ਕੀ ਨਹੀਂ ਖਾਣਾ। ਸਾਡੇ ਕੋਲ ਜਿਵੇਂ ਪੇਸ਼ੈਂਟਸ ਆਉਂਦੇ ਨੇ ਉਹ ਆਲਰੇਡੀ ਗੂਗਲ ਅਪ ਆਉਂਦੇ ਆ, ਉਹ ਪਹਿਲਾਂ ਹੀ ਆਪਣਾ ਡਾਈਟ ਪਲਾਨ ਲੈ ਕੇ ਆਉਂਦੇ ਨੇ ਕਿ ਮੈਡਮ ਇਹ ਬਸ ਇਹ ਦੱਸ ਦਿਓ ਕਿ ਇਹ ਠੀਕ ਹੈ ਕਿ ਨਹੀਂ ਹੈ ਜਾਂ ਇਹਦੇ ਵਿੱਚ ਤੁਸੀਂ ਕੁਝ ਚੇਂਜਸ ਕਰਨੀਆਂ ਕਿ ਨਹੀਂ ਕਰਨੀਆਂ। ਵੀ ਆਰ ਰੀਅਲੀ ਸਰਪ੍ਰਾਈਜ਼ਡ। ਥੋੜੇ ਸੁਪਰ ਫੂਡਸ ਜਿਵੇਂ ਸਪਲੀਮੈਂਟਸ ਸਾਰਾ ਕੁਝ ਹੁੰਦਾ ਹੈ, ਉਹ ਵੀ ਹੁਣ ਹਰ ਵਰਗ ਦੀ ਗੱਲ ਹੈ। ਜਿਵੇਂ ਅਪਰ ਸਟ੍ਰੇਟਾ ਇਹੋ ਜਿਹੇ ਆਉਂਦੇ ਨੇ ਤੇ ਲੋਅਰ ਸਟ੍ਰੇਟਾ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਿਹੜੇ ਫੂਡ ਕੰਬੀਨੇਸ਼ਨਸ ਆ ਜਿਹੜੇ ਅਸੀਂ ਖਾਣੇ ਆ। ਸੋ ਯੂ نو ਓਬੈਸਿਟੀ ਦਾ ਸ਼ਿਕਾਰ ਇਹਨੇ ਛੋਟੇ ਛੋਟੇ ਬੱਚੇ ਕਿਉਂ ਹੋ ਰਹੇ? ਕਿਉਂਕਿ ਘਰ ਦਾ ਜਿਹੜਾ এনवायरमेंट ਹੈ ਰਾਈਟ ਫਰਮ ਦ ਟਾਈਮ ਆਫ ਬਰਥ ਆਫ ਦ ਚਾਈਲਡ, ਜਿਵੇਂ ਹੁੰਦਾ ਕਿ ਬ੍ਰੈਸਟ ਫੀਡਿੰਗ ਕਰਨੀ ਹੈ 6 ਮੰਥਸ ਤੱਕ, ਉਹ ਵੀ ਘਟ ਗਿਆ
ਹੈਗਾ, ਬਿਕੋਜ਼ ਮਦਰਸ ਆਰ ਵਰਕਿੰਗ ਔਰ ਵਾਟਐਵਰ, ਫਾਰਮੂਲਾ ਫੀਡਸ ਇੰਨੇ ਆ ਗਏ ਨੇ। ਜਦ ਤੁਸੀਂ ਵੀਨਿੰਗ ਸ਼ੁਰੂ ਕਰਦੇ ਹੋ, ਸਾਰੀ ਤੁਹਾਡੀ ਆਰਟੀਫੀਸ਼ੀਅਲ ਫੂਡ ਦੀ ਵੀਨਿੰਗ ਹੁੰਦੀ ਹੈ ਇੰਸਟੈਡ ਆਫ ਨੈਚੁਰਲ ਫੂਡਸ ਦੀ, ਉਹ ਜ਼ਿਆਦਾ ਹੁੰਦੀ ਹੈ। ਉਹ ਫਿਰ ਜਦ ਬੱਚਾ ਗਰੋ ਕਰਦਾ ਹੈ ਤੇ ਵੱਡਾ ਹੁੰਦਾ ਹੈ, ਉਹਦੇ ਆਸ-ਪਾਸ এনवायरमेंट ਹੀ ਉਹ ਸਾਰਾ ਹੈ। The most important thing is ਕਿ ਸਾਨੂੰ ਆਪ ਨੂੰ ਹੀ ਨਹੀਂ ਪਤਾ ਚੱਲਦਾ ਇਹ ਪ੍ਰੋਸੈਸਡ ਆਈਟਮ ਹੈ कि ਇਹ नॉर्मल आइटम है। ਹੁਣ बिलीव नहीं करोगे ਤੁਸੀਂ, जब मैं पेशेंट्स ਨੂੰ ਪੁੱਛਦੀ ਹਾਂ आप घर का खाना खाते हो, हाँ जी हम बिल्कुल घर का खाना खाते हैं। जब ਅਸੀਂ असेसमेंट करते हैं ਉਹਦੇ ਵਿੱਚ, नहीं हमारे घर में खाना पूरा बनता है, बाहर से नहीं हम खाते, कभी कभार खाते हैं। मैं कि चलो बहुत अच्छी बात है। ਹੁਣ ਤੁਸੀਂ ਘਰ ਦੇ ਖਾਣੇ ਦੀ ਸੋਚ ਦੇਖੋ, ਜਿਹੜੇ ਅਸੀਂ ਬਿਸਕਿਟਸ ਖਾ ਰਹੇ ਹਾਂ, ਨਮਕੀਨ ਖਾ ਰਹੇ ਹਾਂ, ਜਿਹੜੇ ਅਸੀਂ ਪ੍ਰੀ ਪੈਕਡ ਮਸਾਲਾਸ ਯੂਜ਼ ਕਰ ਰਹੇ ਹਾਂ ਜਾਂ ਰੈਡੀ ਟੂ ਈਟ ਮਸਾਲਾਸ ਯੂਜ਼ ਕਰ ਰਹੇ ਹਾਂ, ਦੇ ਆਰ ਨਾਟ ਘਰ ਕਾ। ਬਟ ਉਹ ਇੰਨਾ ਪਰਸੈਪਸ਼ਨ, ਇੰਨਾ ਸਾਡਾ ਇਹ ਰੂਟੀਨ ਹੋ ਗਿਆ ਕਿ ਸਾਨੂੰ ਇਹ ਬੜਾ ਨਾਰਮਲ ਲੱਗਣ ਲੱਗ ਪਿਆ। So it is very easy to say कि नहीं we are eating pure, but it is not there. Similarly ਜਿਹੜੇ ਤੁਸੀਂ ਬੇਸਿਕ ਆਈਟਮਸ ਵੀ ਯੂਜ਼ ਕਰ ਰਹੇ ਹੋ, ਉਹ ਸੋ ਕਾਲਡ ਪਿਓਰ ਚੀਜ਼ ਬਣਾਉਣ ਨੂੰ, ਉਹ ਹੀ ਪਿਓਰ ਨਹੀਂ ਹੈਗੀਆਂ। So there are so many challenges nowadays. So it is all leading to obesity. Yes, food ਦਾ ਤਾਂ ਹੈ ਹੀ ਹੈ, ਜਿਹੜਾ ਇੱਕ ਫਿਜ਼ੀਕਲ ਇਨਐਕਟੀਵਿਟੀ ਨਾਲ ਹੋ ਗਈ ਹੈ, ਬੱਚਿਆਂ ਦੀ ਹੋ ਗਈ ਹੈ। ਹੁਣ ਬੱਚੇ ਆਏ, ਉਹ ਮੋਟਾ, मैं कहा बेटा आप कौन से गेम्स खेलते हो? यस मैम मैं बहुत गेम्स खेलता हूँ। मैं कहा वेरी गुड। मैं कहा कौन सी खेलते हो? हॉकी खेलता हूँ। मैं कहा वाओ। मैं कहा कहाँ खेलते हो? आईपैड पे। So you know the concept of even playing the game has changed. He was very innocent. उसने कोई जान के या मुझे गलत नहीं, but then I was like you know that what is happening? So we are just changing everything, and then of course बीमारियां तो आएंगी फिर। ਉਹੀ ਗੱਲ ਡਾਕਟਰ ਨੈਂਸੀ, ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਬੜੀ ਇੱਕ ਕਨਫਿਊਜ਼ਨ ਵੀ ਹੈ। ਹੁਣ ਮੈਂ ਤੁਹਾਡੇ ਕੋਲੇ ਬਿਲਕੁਲ ਸਧਾਰਨ ਸਵਾਲ ਪੁੱਛਣਾ ਚਾਹਾਂਗੀ। ਪਾਣੀ ਹੈ, ਪਾਣੀ ਸਾਰੇ ਪੀਂਦੇ ਆ, ਪਾਣੀ ਇਜ਼ ਵੈਰੀ ਇੰਪੋਰਟੈਂਟ, ਵਾਟਰ ਇਜ਼ ਐਸੈਂਸ ਆਫ ਲਾਈਫ, ਹੈ ਨਾ। ਕੱਚ ਦੀ ਬੋਟਲ ਲੈ ਲਓ ਤੁਸੀਂ, ਠੀਕ ਹੈ। ਫਿਰ ਕੋਈ ਕਹਿੰਦਾ ਤਾਂਬੇ ਵਿੱਚ ਪਾਣੀ ਪਾ ਕੇ ਪੀ ਲਓ, ਉਹ ਬੈਟਰ ਹੈ। ਇੱਕ ਤੀਸਰਾ ਗਰੁੱਪ ਉਹ ਕਹਿੰਦਾ ਨਹੀਂ ਨਹੀਂ, ਜਿਹੜਾ ਘੜਾ ਹੈ, ਘੜੇ ਵਿੱਚ ਪਾਣੀ ਪਾਓ ਪੀ ਲਓ। ਵਿਚ ਇਜ਼ ਬੈਸਟ? ਕੀ ਕਰੀਏ? ਮਤਲਬ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦੀ ਹਾਂ। ਕੱਚ ਦੀ ਬੋਟਲ ਹੈ ਮੇਰੇ ਕੋਲ ਇੱਕ ਤਾਂਬੇ ਦੀ ਬੋਟਲ ਹੈ, ਹਾਲਾਂਕਿ ਬਹੁਤ ਲੋਕ ਇਹਨੂੰ ਖਰੀਦਦੇ ਆ, ਬੜਾ ਇੱਕ ਟ੍ਰੈਂਡ, ਐਂਡ ਇਟਸ ਵੈਰੀ ਕਾਸਟਲੀ। ਇੱਕ ਪਾਸੇ ਮੇਰੇ ਕੋਲੇ ਮੈਮ ਪਾਣੀ ਘੜਾ ਹੈ, ਜਿਹੜਾ ਕਿ ਪਿੰਡਾਂ ਵਿੱਚ ਯੂਜ਼ ਕੀਤਾ ਜਾਂਦਾ, ਸ਼ਹਿਰੀ ਵਰਗ ਵੀ ਇਹਨੂੰ ਯੂਜ਼ ਕਰਦਾ। Which is best? As a dietitian, as a nutrition, what would you recommend? देखो ऐसे है, it depends upon your situation in life. आजकल recommendations ਅਸੀਂ ਦਿੰਦੇ ਆ ਜਿਹੜਾ ਤੁਸੀਂ practically ਕਰ ਸਕੋ, ਹੈ ਨਾ। ਹੁਣ ਜੇ ਤੁਸੀਂ ਘੜੇ ਦਾ ਪਾਣੀ ਪੀਓ, that is very good. ਇੱਕ ਤਾਂ natural cooling ਹੁੰਦੀ ਹੈ, ਕਲੇ ਤੁਹਾਡਾ ਨੇਚਰ ਦੇ ਨਾਲ ਹੈ, ਕਲੇ ਦੇ ਨਾਲ ਤੁਹਾਡਾ ਲੱਗਿਆ ਹੋਇਆ, ਨਾਲੇ ਜਿਹੜਾ ਪਾਣੀ ਹੈ, ਯੂ ਨੋ, ਐਂਡ ਦੈਨ देयर इज ਨੈਚੁਰਲ ਇਵੈਪੋਰੇਸ਼ਨ ਪ੍ਰੋਸੈਸ, ਕੂਲਿੰਗ ਪ੍ਰੋਸੈਸ, ਦੈਨ ਜਿਹੜੀ ਮਿੱਟੀ ਚੋਂ ਜਿਹੜੇ ਮਿਨਰਲਸ ਉਹਦੇ ਅੰਦਰ ਆ ਰਹੇ ਨੇ, ਸੋ ਦਿਟ ਇਜ਼ ਵੈਰੀ ਗੁੱਡ ਜੇ ਤੁਸੀਂ ਉਹ ਲੈ ਲਓ। ਬਟ ਜੇ ਤੁਹਾਡੇ ਕੋਲ ਟਾਈਮ ਹੀ ਨਹੀਂ ਹੈ, ਤੁਸੀਂ ਉਹਨੂੰ ਕਲੀਨ ਹੀ ਨਹੀਂ ਕਰਵਾ ਸਕਦੇ, ਜਾਂ ਤੁਸੀਂ ਸਰਵੈਂਟਸ ਦੇ ਉੱਤੇ ਡਿਪੈਂਡੈਂਟ ਹੋ, ਜੇ ਤੁਹਾਨੂੰ ਕੋਈ ਇਨਫੈਕਸ਼ਨ ਹੋ ਜਾਏ, ਦੈਨ ਇਟ ਟੇਕਸ ਅ ਟੌਸ, ਠੀਕ ਹੈ। ਤੇ ਬਾਕੀ ਤੁਸੀਂ ਤਾਂਬੇ ਦੀ ਜਿਹੜੀ ਗੱਲ ਕੀਤੀ ਹੈ, ਤਾਂਬੇ ਦਾ ਪਾਣੀ is also very good because it boosts immunity, ਤੁਹਾਡੇ antioxidants ਆਉਂਦੇ ਨੇ, but then there is a catch, you can't go excess on that. Secondly, the people who have some kidney issues or liver issues, they have to be very careful. Wilson disease है या कुछ ਉਹਦੇ ਵਿੱਚ ਤਾਂ copper ਦਾ ਬਿਲਕੁਲ ਹੀ there is a negative effect. So again it is individualistic. You can't generalize कि तांबे का पानी सारे पियो, so it can be dangerous for some. Yes, you asked about glass bottles. हाँ, definitely 100% over plastic bottles. Plastic is not good at all. ਜੇ ਤੁਸੀਂ fridge ਵਿੱਚ ਪਾਣੀ ਰੱਖਣਾ ਹੈ, so keep it in glass bottles with glass caps or with caps which are not plastic, so that ਜਿਹੜਾ plastic ਦੇ ਨਾਲ ਉਹਦਾ ਕੋਈ contact ਨਹੀਂ ਹੈ। So in that situation ਜੇ ਤੁਸੀਂ fridge ਵਿੱਚ ਪਾਣੀ ਰੱਖਣਾ ਹੈ, so keep it in glass bottles. ਡਾਕਟਰ ਨੈਂਸੀ, ਸ਼ੂਗਰ ਨੂੰ ਲੈ ਕੇ ਵੀ ਬੜੇ ਮਿਥਸ ਹੈ ਨਾ, ਕਿ ਆਪਾਂ ਸ਼ੂਗਰ ਨਹੀਂ ਯੂਜ਼ ਕਰਨਾ ਚਾਹੀਦਾ, ਖਾਸ ਪਰਟੀਕੁਲਰਲੀ ਜਿਹੜਾ ਵਾਈਟ ਸ਼ੂਗਰ ਹੈ ਨਾ, ਆਪਾਂ ਉਹਨੂੰ ਗੁੜ ਨਾਲ ਰਿਪਲੇਸ ਕਰ ਲਈਏ। ਤੁਸੀਂ ਕਿਵੇਂ, ਮਤਲਬ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ ਕਿ ਸ਼ੂਗਰ ਇਜ਼ ਗੁੱਡ ਬੈਟਰ ਦੈਨ ਸ਼ੂਗਰ, ਔਰ ਸ਼ੂਗਰ ਨੂੰ ਜੇ ਕਿਸੇ ਨੇ ਘਟਾਉਣਾ ਹੋਵੇ, ਮੈਂ ਕਿਤੇ ਵੀ ਪੜ੍ਹ ਰਹੀ ਸੀ, ਕਹਿੰਦੇ ਇੱਕਦਮ ਜੇ ਆਪਾਂ ਸ਼ੂਗਰ ਨੂੰ ਘਟਾਉਂਦੇ ਆ ਤਾਂ ਆਪਾਂ ਨੂੰ ਉਹਦੀ ਕ੍ਰੇਵਿੰਗ ਬਹੁਤ ਜ਼ਿਆਦਾ ਹੁੰਦੀ ਹੈ। ਸੋ ਵਾਟ ਇਜ਼ ਯੋਰ ओपिनियन ऑन दैट? Yeah, Manpreet, it's a very good question, and you know, सबसे पहले तो मैं आपको ये बताना चाहूँगी कि साढ़े ਜਿਹੜੇ डायबिटिक लोग आते हैं ना, उन्होंने भी ये चीनी किन्नी खाते ना जी,
ਅਸੀਂ ਤਾਂ ਚੀਨੀ ਬਿਲਕੁਲ ਨਹੀਂ ਖਾਂਦੇ, ਅਸੀਂ ਤਾਂ ਗੁੜ ਜਾਂ ਸ਼ਹਿਦ। ਐਂਡ ਆਈ ਲਾਈਕ ਓਹੋ, ਬਿਕਾਜ਼ ਫਰਸਟ ਥਿੰਗ ਜਿਹੜੀ ਸ਼ੂਗਰ ਹੈ, ਗੁੜ ਹੈ, ਸ਼ਹਿਦ ਹੈ, ਤਿੰਨਾਂ ਦਾ ਕਾਰਬੋਹਾਈਡਰੇਟ ਆਲਮੋਸਟ ਇਕੁਅਲ ਹੈ। ਓਕੇ, ਜਿਵੇਂ ਤੁਹਾਡਾ ਚੀਨੀ ਸ਼ੂਗਰ ਲੈਵਲ ਇੰਕਰੀਜ਼ ਕਰੇਗੀ ਇਫ ਯੂ ਆਰ ਅ ਡਾਇਬੀਟਿਕ, ਉਨਾ ਹੀ ਗੁੜ ਤੇ ਸ਼ਹਿਦ ਕਰੇਗਾ। ਇਹ ਨਹੀਂ ਕਿ ਸ਼ੂਗਰ ਛੱਡੀ ਹੈ ਤੇ ਤੁਸੀਂ ਚਾਹ ਚ ਗੁੜ ਪਾ ਰਹੇ ਹੋ ਜਾਂ ਸ਼ਹਿਦ ਪਾ ਰਹੇ ਹੋ ਤੇ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਕਿ ਤੁਹਾਡੀ ਬਲੱਡ ਸ਼ੂਗਰ ਵਧੇਗੀ ਨਹੀਂ। ਨੋ, ਦੈਟ ਇਜ਼ ਅ ਮਿਥ, ਨੰਬਰ 1। ਓਕੇ, ਦੂਸਰਾ ਤੁਹਾਡਾ ਮੈਂ ਕੁਐਸਚਨ ਦਾ ਆਨਸਰ ਹੈ ਦੇਣਾ ਚਾਹਾਂਗੀ ਕਿ what is better? Yes, good is better than sugar. Okay. If you are using sugar, if you want to have some ਮਿੱਠਾ, good is better because ਉਹਦੇ ਚ iron ਵੀ ਹੋ ਜਾਂਦਾ ਥੋੜਾ, you know, it is not chemically processed. If it is not chemically processed good, then it is very good. And of course ਸ਼ਹਿਦ is also better than sugar because natural ਹੈ, ਥੋੜੇ ਜਿਹੇ ਮਾਈਕਰੋਨਿਊਟ੍ਰੀਐਂਟਸ ਹੁੰਦੇ ਨੇ ਇਹਨਾਂ ਗੁੜ ਤੇ ਸ਼ਹਿਦ ਵਿੱਚ। ਬਟ ਯੈਸ, ਇਹਦਾ ਇਹ ਮਤਲਬ ਨਹੀਂ ਹੈ ਕਿ ਆਈ ਅਲਾਉ ਯੂ ਟੂ ਟੇਕ ਇਟ, ਯੂ ਨੋ। ਸੋ ਲਾਈਕ ਜੇ ਅਸੀਂ ਪ੍ਰਿੰਸੀਪਲਸ ਦੀ ਗੱਲ ਕਰੀਏ, 5% ਆਫ ਦਾ ਟੋਟਲ એનર્ਜੀ ਸ਼ੁੱਡ ਇੰਨਾ ਤੁਸੀਂ ਚੀਨੀ ਲੈ ਸਕਦੇ ਹੋ। ਜੇ ਸਪੋਜ਼ ਤੁਹਾਡੀ 2000 ਕੈਲੋਰੀਜ਼ ਹੈ ਤਾਂ ਉਹਦਾ 5% ਤੁਸੀਂ ਚੀਨੀ ਤੋਂ ਲੈ ਸਕਦੇ ਹੋ। ਬਟ ਦ ਫਲਿਪ ਸਾਈਡ ਇਜ਼ ਕਿ ਅੱਜ ਕੱਲ ਜਿਹੜੀ ਤੁਸੀਂ ਚੀਨੀ ਹੈ ਸਿਰਫ ਦੁੱਧ ਜਾਂ ਚਾਹ ਵਿੱਚ ਨਹੀਂ ਲੈਂਦੇ ਹੋ, ਤੁਸੀਂ ਬਿਸਕਿਟਸ ਖਾ ਰਹੇ ਹੋ, ਤੁਸੀਂ ਰਸਕ ਖਾ ਰਹੇ ਹੋ, ਤੁਸੀਂ ਕੁਝ ਵੀ ਖਾ ਰਹੇ ਹੋ, ਤੁਸੀਂ ਉਹਦੇ ਵਿੱਚ ਤਾਂ ਕਾਊਂਟ ਕੀਤੀ ਨਹੀਂ, ਉਹ ਆਟੋਮੈਟਿਕਲੀ ਇੰਨੀ ਚਲੀ ਜਾਂਦੀ ਹੈ। ਠੀਕ ਹੈ ਨਾ। ਸੋ ਜੇ ਮੈਂ ਯੂ ਨੋ ਟੈਲਿੰਗ ਅ ਪੇਸ਼ੈਂਟ ਵੀ ਹੈਵ ਟੂ ਸੀ ਕਿ ਉਹਦਾ ਇਨਟੇਕ ਕੀ ਹੈ, ਕੀ ਸਾਨੂੰ ਨਾ ਪ੍ਰੋਬ ਕਰਨਾ ਪੈਂਦਾ ਹੈ, ਉਹਦੇ ਅਕੋਰਡਿੰਗਲੀ ਅਸੀਂ ਉਹਨੂੰ ਦੱਸਦੇ ਹਾਂ। ਬਟ ਅਸੀਂ ਇੱਕਦਮ ਇੰਜ ਨਹੀਂ, ਜਿਵੇਂ ਸਪੋਜ਼ ਇਫ ਦ ਪੇਸ਼ੈਂਟ ਇਜ਼ ਨਾਟ ਡਾਇਬੀਟਿਕ ਐਂਡ ਹੀ ਹੈਜ਼ ਸ਼ੂਗਰ ਕ੍ਰੇਵਿੰਗਸ, ਇੱਕਦਮ ਵੀ ਨਹੀਂ ਬੰਦ ਕਰੀਦਾ। ਵੀ ਟੈਲ ਹਿਮ ਔਰ ਹਰ healthier alternatives, ਜਿਵੇਂ of it ਕਿ ਨਾ ਕਿ dates ਲੈ ਸਕਦੇ ਹੋ ਜਾਂ ਤੁਸੀਂ ਅੰਜੀਰ ਲੈ ਸਕਦੇ ਹੋ ਜਾਂ fruits ਦਾ ਜ਼ਿਆਦਾ, because you know body ਚ craving ਨਹੀਂ ਹੋਣੀ ਚਾਹੀਦੀ ਉਹ ਵਾਲੀ। because you know ਮੈਂ 2 ਦਿਨ ਕਿਸੇ ਨੂੰ ਕਵਾਂਗੀ, ਤੀਸਰੇ ਦਿਨ ਨੂੰ ਫ੍ਰਿਜ ਖੋਲ ਕੇ ਸਾਰਾ ਕੁਝ ਖਾ ਜਾਏਗਾ। so that should not be there, that is not scientific, then you are not giving the diet plan in a scientific way, so that is there। but of course white sugar jitni avoid ho sake, that is very good, so that is a better option for a normal this thing, because chemically processed ਵੀ ਹੁੰਦੀ and it is just empty calories। ਡਾਕਟਰ ਨੈਂਸੀ, ਸਮਾਂ ਬਹੁਤ ਘੱਟ ਹੈ, ਮੈਂ ਜਾਣ ਤੋਂ ਪਹਿਲਾਂ ਤੁਹਾਨੂੰ ਬੜੇ ਸਿੰਪਲ ਭਾਸ਼ਾ ਵਿੱਚ ਪੁੱਛਣਾ ਚਾਹੂੰਗੀ, ਕੋਈ 3-4 ਚੀਜ਼ਾਂ ਜਿਹੜੀਆਂ ਤੁਸੀਂ ਸਾਡੇ ਜੋ ਦਰਸ਼ਕ ਦੇਖ ਰਹੇ ਹੈ, ਤੁਸੀਂ ਉਹਨਾਂ ਨੂੰ ਰეკਮੈਂਡ ਕਰ ਸਕਦੇ ਹੋ ਜੋ ਕਿ ਸਭ ਨੂੰ ਮਿਲ ਜਾਣ, ਮਤਲਬ ਈਜ਼ੀਲੀ ਅਵੇਲੇਬਲ ਹੋਣ ਨਾ। ਕਈ ਵਾਰ ਇਹ ਹੁੰਦਾ ਕਿ ਕੋਈ ਚੀਜ਼ ਬੜੀ ਮਹਿੰਗੀ ਹੈ, that they should include in the diet। ਸੀ ਕੁਝ ਵੀ ਮਹਿੰਗਾ ਨਹੀਂ ਹੈ ਜੋ ਮੈਂ ਕਵਾਂਗੀ ਜੋ ਇਨਕਲੂਡ ਕਰਨ ਲਈ, ਕਿਉਂਕਿ ਯੂ ਨੋ ਜਿਹੜੇ ਉਹ ਮਹਿੰਗੇ ਆਈਟਮਸ ਨੇ, ਦੇ ਆਰ ਜਸਟ ਯੂ ਨੋ ਫੈਸ਼ਨ ਸਟੇਟਮੈਂਟ ਆਈ ਮਸਟ ਸੇ, and nothing more than this। we have everything around us, it should be that you should choose wisely। number 1, you should be aware ਕਿ ਮੈਂ ਤੁਹਾਨੂੰ ਪਤਾ ਹੋਏਗਾ ਤਾਂ ਹੀ ਤੁਸੀਂ ਕਰੋਗੇ ਨਾ। the first message I would like to give is be close to nature। ਜੋ ਪ੍ਰਕਿਰਤੀ ਤੁਹਾਡੇ ਆਸ-ਪਾਸ ਪੈਦਾ ਕਰ ਰਹੀ ਹੈ ਉਹਦੇ ਤੇ ਫੋਕਸ ਕਰੋ, rather than ਕਿ ਜੋ ਆਸਟ੍ਰੇਲੀਆ 'ਚ ਪੈਦਾ ਹੋ ਰਿਹਾ ਹੈ ਮੈਂ ਖਾਣਾ ਹੈ ਨਾ, ਜਾਂ ਮੈਂ ਆਨਲਾਈਨ ਮੰਗਵਾਵਾਂ ਉਹ ਚੀਜ਼। ਜਦ ਇਸ ਨੇਚਰ ਤੁਸੀਂ ਇੱਥੇ ਰਹਿ ਰਹੇ ਹੋ, ਫੋਰ ਐਗਜ਼ਾਮਪਲ ਚੰਡੀਗੜ੍ਹ ਵਿੱਚ ਰਹਿ ਰਹੇ ਹੋ, ਇਹ ਵਾਲਾ ਮੌਸਮ ਤੁਹਾਡੇ ਆਸ-ਪਾਸ ਤੁਹਾਡੀ ਬੋਡੀ ਨੂੰ ਉਹਦੇ ਅਕੋਰਡਿੰਗਲੀ ਤੁਹਾਡਾ ਡਾਈਜੈਸਟਿਵ ਸਿਸਟਮ ਹੈ ਉਹੀ ਖਾਓ ਜੋ ਤੁਹਾਡੇ ਆਸ-ਪਾਸ ਹੈ। ਇਹ ਨਹੀਂ ਕਿ ਜੋ ਰਾਜਸਥਾਨ ਵਿੱਚ ਹੋ ਰਿਹਾ ਹੈ ਜਾਂ ਜੋ ਕੇਰਲਾ ਵਿੱਚ ਆ ਰਿਹਾ ਹੈ ਜਾਂ ਜੋ ਅਮਰੀਕਾ ਵਿੱਚ ਹੈ ਜਾਂ ਆਸਟ੍ਰੇਲੀਆ ਵਿੱਚ ਹੈ, ਉਹ ਚਾਹੇ 400 ਰੁਪਏ ਕਿਲੋ, ਪਰ ਮੈਂ ਖਾਣਾ ਹੈ because you know it is very good for health। so this should not be there। number 2, it is not difficult to have a balanced diet। ਇੱਕ ਤੁਸੀਂ ਜਦ ਆਪਣਾ ਖਾਣਾ ਆਪਣੀ ਪਲੇਟ ਦੇਖ ਰਹੇ ਹੋ, ਤੁਸੀਂ ਉਹ ਦੇਖੋ ਕਿ ਕੀ ਹੁੰਦਾ ਕਿ ਸਾਡੇ ਕਲਚਰ ਵਿੱਚ ਹੁੰਦਾ ਰੋਟੀ ਖਾ ਲਈ ਨਾਲ ਸਬਜ਼ੀ ਖਾ ਲਈ ਜਾਂ ਸਵੇਰੇ ਪਰਾਂਠੀ ਅਚਾਰ ਦੇਤਾ ਬੱਚੇ ਨੂੰ, ਹੈ ਨਾ, ਤਾਂ ਵੇਅਰ ਇਜ਼ ਪ੍ਰੋਟੀਨ। ਸੋ ਪ੍ਰੋਟੀਨ ਦੀਆਂ ਜਿਹੜੇ ਆਈਟਮਸ ਆਈ ਵੁੱਡ ਲਾਈਕ ਟੂ ਸੇ ਕਿ ਦਾਲਾਂ ਹੋ ਗਈਆਂ, ਤੁਹਾਡੇ ਨਟਸ ਹੋ ਗਏ, ਆਇਲ ਸੀਡਸ ਹੋ ਗਏ, ਤੁਹਾਡਾ ਸੋਇਆ ਬੀਨ ਹੋ ਗਈ। ਨਾਓ ਇੱਕ ਪੁਆਇੰਟ ਹੋਰ ਵੀ ਕਹਿਣਾ ਚਾਹਾਂਗੀ, ਸੋਇਆ ਚਾਪ ਨਹੀਂ ਕਹਿ ਰਹੀ ਮੈਂ, ਸੋ ਆਈ ਐਮ ਸੇਇੰਗ ਸੋਇਆਬੀਨ, ਹੈ ਨਾ। ਸੋ ਸੋਇਆਬੀਨ ਹੋ ਗਈ, ਮਿਲਕ ਐਂਡ ਮਿਲਕ ਪ੍ਰੋਡਕਟਸ ਹੋ ਗਏ, ਕਰਡ ਹੋ ਗਿਆ, ਪਨੀਰ ਹੋ ਗਿਆ, ਲੱਸੀ ਹੋ ਗਈ, ਆਫ ਕੋਰਸ ਨॉन वेज ਆਈਟਮਸ ਹੈਗੀਆਂ ਜਿਵੇਂ ਐਗ ਹੋ ਗਿਆ, ਚਿਕਨ ਹੋ ਗਿਆ, ਫਿਸ਼ ਹੋ ਗਈ, ਉਹ ਸਾਰੇ ਦੇਰ ਆਲ ਪ੍ਰੋਟੀਨ। ਤਾਂ ਜੋ ਵੀ ਤੁਸੀਂ ਖਾ ਰਹੇ ਹੋ, ਆਈਟਮ ਖਾ ਰਹੇ ਹੋ, ਜੋ ਵੀ ਤੁਸੀਂ ਆਈਟਮ ਦਾ ਮਤਲਬ ਮੀਲ ਖਾ ਰਹੇ ਹੋ, ਬ੍ਰੇਕਫਾਸਟ, ਲੰਚ, ਡਿਨਰ, ਮੇਕ ਸ਼ੋਰ ਕਿ ਉਹਦੇ 'ਚ ਕੋਈ ਇੱਕ ਪ੍ਰੋਟੀਨ ਦਾ ਪੋਰਸ਼ਨ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਸਬਜ਼ੀ ਦੇ ਨਾਲ ਰੋਟੀ ਖਾ ਲਈ ਕੰਮ ਖਤਮ, ਨਾਲ ਚਾਹ ਪੀ ਲਈ,
So that is not a good practice. That is there. ਥੈਂਕ ਯੂ ਸੋ ਮਚ ਡਾਕਟਰ ਨੈਂਸੀ। ਬਹੁਤ ਸਾਰੇ ਸਵਾਲ ਸੀ ਬਟ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਸੋ ਇਹ ਸੀਗੇ ਜੀ ਡਾਕਟਰ ਨੈਂਸੀ ਸਾਨੀ ਜੀ, ਜਿਨ੍ਹਾਂ ਨੇ ਬੜਾ ਖੂਬਸੂਰਤ ਕਿਹਾ ਹੈ ਕਿ ਹਰ ਇੱਕ ਬੰਦੇ ਨੂੰ ਆਪਣੇ ਦੀ ਸਰੀਰ ਮੁਤਾਬਕ ਡਾਈਟ ਡਿਫਰੈਂਟ ਹੈ। ਕੋਈ ਚੀਜ਼ ਕਿਸੇ ਨੂੰ ਸੂਟ ਕਰਦੀ ਹੈ, ਕਿਸੇ ਨੂੰ ਨਹੀਂ ਕਰਦੀ। ਕਿਸੇ ਵੀ ਚੀਜ਼ ਨੂੰ ਗੂਗਲ ਤੋਂ ਪੜ੍ਹਨ ਤੋਂ ਪਹਿਲਾਂ, ਉਹਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਆਪਾਂ ਕਿਸੇ ਅੱਛੇ ਡਾਈਟੀਸ਼ੀਅਨ, ਅੱਛੇ ਨਿਊਟ੍ਰੀਸ਼ਨ ਕੋਲ ਜਾਈਏ ਤੇ ਉਸ ਨਾਲ ਕੰਸਲਟ ਕਰੀਏ। ਧੰਨਵਾਦ।